ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪਹਿਲਾ। कुंगू की काया रत्ना की ललता, अगर वास तन सास, अठसठ तीरथ का मुख टिक्का, तित घट मत विगास। कुंगू की काया रत्ना की ललता, अगर वास तन सास, अठसठ तीरथ का मुख टिक्का, तित घट मत विगास। उत्मति सालाहना, सच नाम गुण तास। बाबा होर मत होर होर, जे सौ वेर कमाई है, कूड़ा कूड़ा जोर रहाओ। बाबा होर मत होर होर, जे सौ वेर कमाई है, कूड़ा कूड़ा जोर। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनो। रोजाना की तरह पातशाह जी की अपार किरपा बख्शिश का सदका अमृत वेले तो लै करके ही पातशाह जी के चरणा कमलों विखे हाजरियां लवा रहे हो। आप जी ने चल रही लड़ीवार कथा मुताबक पवित्र शब्द का पाठ सरवण किया जी। आओ इस शब्द की विचार नाल जुड़ना करिए, गुरु का बख्शिया फतेह का नारा करिए, बुलंद गज के आखिए जी वाहिगुरु जी का खालसा, वाहिगुरु जी की फतेह। श्री राग महला पहला। कुंगू की काया रत्ना की ललता, अगर वास तन सास। धन धन शायद श्री गुरु नानक देव महाराज जी ने यह पवित्र शब्द श्री करतारपुर साहिब विखे बैठ करके संगत विच उचारण किया है। धन धन श्री गुरु नानक देव महाराज जी नूं सिख संगतां ने बेनती की कि महाराज परमेश्वर नूं पाउण वास्ते सानू की करना चाहिए। जिन्हों तुसी गुरमुख कहने हो वो कैसी अवस्था है, सानू उस बारे दसना करो। तां धन धन श्री गुरु नानक देव महाराज जी कहते शरीर कुंगू वर्गा पवित्र होना चाहिए। कुंगू केसर नूं कहंदे है। केसर कस्तूरी चंदन मिला करके जो घोल बनता है उस नूं धार्मिक स्थानां ते हवन आदि जग੍ਹਾਂ ਦੇ ਵਿੱਚ ਵਰਤਿਆ ਜਾਂਦਾ है। मानो अजकल ਦਾ सेंट है जिवें इस तरह सुंदर खुशबू बनती आ। केसर कस्तूरी चंदन दे विचों खुशबू निकलती आ। धन गुरु नानक देव जी कहते सिखा तेरा जिहड़ा देही है ना वो केसर वर्गी होनी चाहिए है, पवित्र। ते पवित्र तिन्ना तरह नाल ही होनी चाहिए है परमेश्वर की प्राप्ति लई।
ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲੀਆ ਉਹ ਧੋਏ ਤੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਹ ਤਿੰਨੇ ਹੀ ਇਸ਼ਨਾਨ ਹੋਣੇ ਚਾਹੀਦੇ ਆ। ਸਰੀਰ ਕਰਕੇ ਵੀ ਸਫਾਈ ਹੋਵੇ, ਕੱਪੜਿਆਂ ਕਰਕੇ ਵੀ ਸਫਾਈ ਹੋਵੇ, ਔਰ ਬੁੱਧੀ ਵੀ ਸਾਫ਼ ਹੋਵੇ, ਦਿਮਾਗ ਵੀ ਸਾਫ਼ ਹੋਵੇ, ਮਤ ਵੀ ਸਾਫ਼ ਹੋਵੇ। ਜਿਸ ਤਰ੍ਹਾਂ ਕੁੰਗੂ, ਕੇਸਰ, ਕਸਤੂਰੀ, ਚੰਦਨ ਆਦਿ ਇਹ ਤਿੰਨੇ ਖੁਸ਼ਬੂ ਦਿੰਦੇ ਹਨ, ਇਸੇ ਤਰ੍ਹਾਂ ਤੇਰੇ ਸਰੀਰ 'ਚੋਂ ਖੁਸ਼ਬੂ ਆਵੇ। ਤੇ ਖੁਸ਼ਬੂ ਇਸ ਤਰ੍ਹਾਂ ਨਹੀਂ ਵੀ ਸੈਂਟ ਛਿੜਕ ਲਓ, ਭਾਵ ਚੰਗੇ ਖਿਆਲ ਹੋਣ ਤੇਰੇ ਵਾਸਤੇ, ਕਿਸੇ ਨੂੰ ਦੁੱਖ ਦੇਣ ਵਾਲੀਆਂ ਗੱਲਾਂ ਨਾ ਕਰੇ। ਚੰਗੀ ਸੋਚ ਹੋਣੀ ਚਾਹੀਦੀ ਹੈ, ਚੰਗੇ ਖਿਆਲ ਹੋਣੇ ਚਾਹੀਦੇ ਹੈ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ। ਲਲਤਾ ਕਹਿੰਦੇ ਆ ਗੁਰੂ ਪਿਆਰਿਓ, ਸਾਡੀ ਜਿਹੜੀ ਜ਼ੁਬਾਨ ਹੈ ਨਾ, ਇਹਦੇ ਵਿੱਚੋਂ ਮੋਤੀ ਕਰਨੇ ਚਾਹੀਦੇ ਆ। ਕਈ ਵਾਰੀ ਕੋਈ ਹੱਸਦਾ ਹੈ ਨਾ, ਬੜਾ ਸੋਹਣਾ ਲੱਗਦਾ ਕਿਸੇ ਨੂੰ, ਤੇ ਅਗਲਾ ਕਹਿੰਦਾ ਯਾਰ ਫਲਾਨਾ ਤਾਂ ਜਦੋਂ ਹੱਸਦਾ ਮੂੰਹ 'ਚੋਂ ਫੁੱਲ ਕਰਦੇ ਆ। ਫੁੱਲ ਤਾਂ ਮੈਂ ਕਦੇ ਡਿੱਗਦੇ ਵੇਖੇ ਨਹੀਂ ਮੂੰਹ ਦੇ ਵਿੱਚੋਂ ਹੱਸਦਿਆਂ ਹੋਇਆਂ, ਪਰ ਹਾਂ ਉਹਦੇ ਵਰਤਾਓ ਦੇ ਨਾਲ ਦੁਨੀਆ ਖੁਸ਼ ਹੋ ਜਾਂਦੀ ਹੈ। ਜਿਵੇਂ ਫੁੱਲ ਮਹਿਕ ਛੱਡਦੇ ਆ, ਉਹਦੇ ਬਚਨ ਵਿਲਾਸ ਵਿੱਚ ਐਸੇ 94 ਸ਼ਬਦ ਹੁੰਦੇ ਆ ਕਿ ਸੁਣਨ ਵਾਲਾ ਸੁੱਖ ਮਹਿਸੂਸ ਕਰਦਾ ਹੈ, ਸੁੱਖ ਫੀਲ ਕਰਦਾ ਹੈ। तेरी देही साफ होवे, कुंगू की काया, रत्ना की ललता। और जीव दे विचों रतन मोती निकलन। आउंदे कित्थों है? मत विच रतन जवाहर मानक। निकलदे किवें है? जे गुर की सिख सुनी ते कित्थों दी निकलदे है? मूँह विच दी बोल के। ਹੁਣ ਇੱਥੇ ਕੋਈ ਕੰਚ ਵਾਲੇ ਮੋਤੀ ਜਾਂ ਹੀਰੇ ਨਹੀਂ ਹੈ, ਪਰਮੇਸ਼ਰ ਦੇ ਸਿਮਰਨ ਰੂਪੀ, ਵੈਰਾਗ ਰੂਪੀ, ਵਿਵੇਕ ਰੂਪੀ, ਗਿਆਨ ਬੁੱਧੀ ਵਾਲੇ ਬਚਨ ਜਿਹੜੇ ਕਰਨੇ, ਇਹ ਮਾਨੋ ਮੋਤੀ ਹਨ। ਇਹ ਹੀਰੇ ਮੋਤੀ ਜਵਾਹਰਾਤ ਹੈ। ਇੱਥੇ ਦਿਮਾਗ ਵਿੱਚ ਕੋਈ ਉਹਨਾਂ ਮੋਤੀਆਂ ਦੀ ਗੱਲ ਨਹੀਂ ਕੀਤੀ ਜਿਹੜੇ ਕੰਚ ਦੇ ਹੁੰਦੇ ਹੈ, ਜਾਂ ਹੀਰੇ ਜਵਾਹਰਾਤ ਹੁੰਦੇ ਆ, ਜਾਂ ਸਿੱਪੀਆਂ 'ਚੋਂ ਨਿਕਲਦੇ ਆ ਮੋਤੀ। ਇੱਥੇ ਮੋਤੀ ਗੁਰਮਤਿ ਦੇ ਅਨੁਸਾਰ ਸ਼ਬਦਾਂ ਦੀ ਗੱਲ ਹੈ, ਚੰਗੇ ਸ਼ਬਦ। ਸਿੱਖੋ ਪਰਮੇਸ਼ਰ ਨੂੰ ਪਾਉਣ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਐਸਾ ਜੀਵਨ ਹੋਣਾ ਚਾਹੀਦਾ ਤੇਰਾ ਜੀਵਨ ਦੇ ਵਿੱਚੋਂ ਖੁਸ਼ਬੂ ਆਵੇ। ਭਾਵ ਤੂੰ ਸਰੀਰ ਕਰਕੇ ਵੀ ਕਿਸੇ ਨੂੰ ਦੁੱਖ ਨਾ ਦੇਵੇਂ, ਬਚਨ ਕਰਕੇ ਵੀ ਕਿਸੇ ਨੂੰ ਦੁੱਖ ਨਾ ਦੇਵੇਂ, ਬੋਲ ਕਰਕੇ ਵੀ ਦੁੱਖ ਨਾ ਦੇਵੇਂ। ਤੇਰੀ ਬੁੱਧੀ ਵਿੱਚ ਵਿਰਾਗ, ਵਿਵੇਕ ਆਦਿ ਇਹ ਗੁਣ ਹੋਣੇ ਚਾਹੀਦੇ ਆ, ਇਹ ਮੋਤੀ ਹੋਣੇ ਚਾਹੀਦੇ ਆ। ਜੀਭਾ ਪਵਿੱਤਰ ਹੋਵੇ, ਵਾਹਿਗੁਰੂ ਦੇ ਸਿਮਰਨ ਕਰਕੇ ਸਰੀਰ ਦੇ ਸਵਾਸਾਂ ਵਿੱਚੋਂ ਅਗਰ ਵਾਸ ਤਨ ਸਾਸ। ਅਗਰ ਕੀ ਹੁੰਦਾ ਹੈ? ਚੰਦਨ। ਤੇ ਅਗਰਬੱਤੀ ਕੀ ਹੈ? ਚੰਦਨ ਨੂੰ ਰਗੜ ਕੇ ਜੋ ਸੀਖ ਬਣਾਈ ਹੈ, ਜਦ ਉਹਨੂੰ ਅੱਗ ਲਾਉਣੀ ਆ ਉਹ 'ਚੋਂ ਖੁਸ਼ਬੂ ਨਿਕਲਦੀ ਹੈ, ਇਸ ਕਰਕੇ ਉਹਨੂੰ ਅਗਰਬੱਤੀ ਕਹਿੰਦੇ ਆ। ਉਹ ਚੰਦਨ ਤੋਂ ਬਣੀ ਹੁੰਦੀ ਹੈ। ਅੱਜ ਤਾਂ ਫੈਕਟਰੀਆਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਨਾਲ ਬਣਾਉਣ ਲੱਗ ਪਏ, ਪਰ ਪਹਿਲਾਂ ਚੰਦਨ ਨੂੰ ਹੀ ਕੁੱਟ ਕੇ ਬਣਾਇਆ ਜਾਂਦਾ ਸੀ, ਪੀਸ ਕੇ ਰਗੜ ਕੇ ਬਣਾਇਆ ਜਾਂਦਾ ਸੀ। ਚੰਦਨ ਦੇ ਬੜੇ ਗੁਣ ਹਨ। ਜਦ ਇਸ ਨੂੰ ਕੁੱਟ ਕੇ ਲੇਪ ਬਣਾ ਕੇ ਮਹਾਂਪੁਰਸ਼ ਮੱਥੇ 'ਤੇ ਲਾਉਂਦੇ ਸੀ। ਹੁਣ ਆਪਾਂ ਤਾਂ ਉਹਨੂੰ ਤਿਲਕ ਮੰਨ ਲਿਆ, ਪਰ ਤਿਲਕ ਨਹੀਂ ਸੀ ਹੁੰਦਾ। ਸਿਮਰਨ ਕਰਨ ਦੇ ਨਾਲ ਇਸ ਮੱਥੇ 'ਤੇ ਬੜਾ ਲੋੜ ਪੈਂਦਾ ਹੈ, ਅਤੇ ਚੰਦਨ ਜਾਂ ਰਗੜ ਕੇ ਮੱਥੇ 'ਤੇ ਲਾਇਆ ਜਾਂਦਾ, ਇਹ ਠੰਡਕ ਦਿੰਦਾ। ਇੱਕ ਗੁਣ ਹੈ ਚੰਦਨ ਦਾ, ਇਹ ਠੰਡ ਦਿੰਦਾ।
ਇਸੇ ਕਰਕੇ ਪੁਰਾਣੇ ਰਿਸ਼ੀ ਮੁਨੀ ਚੰਦਨ ਦਾ ਲੇਪ ਮੱਥੇ ਤੇ ਕਰਿਆ ਕਰਦੇ ਸੀ। ਦੂਸਰਾ ਗੁਣ ਹੈ ਚੰਦਨ ਦਾ ਕਿ ਇਹਦੀ ਲੱਕੜ 'ਚੋਂ ਖੁਸ਼ਬੂ ਆਉਂਦੀ ਹੈ। ਇਹਨੂੰ ਦਰਖਤ ਨਾਲੋਂ ਕੱਟ ਲਓ ਤਾਂ ਵੀ ਖੁਸ਼ਬੂ ਦਿੰਦਾ, ਇਹਦੀ ਖੁਸ਼ਬੂ ਖਤਮ ਨਹੀਂ ਹੁੰਦੀ। ਤੀਜਾ ਗੁਣ ਹੈ ਕਿ ਚੰਦਨ ਦੇ ਪੌਦੇ ਕੋਲੇ ਜੇ ਹੋਰ ਦਰਖਤ ਉੱਗ ਰਹੇ ਹੋਣ, ਰਿੰਡ ਵਰਗੇ, ਨਿੰਮ ਵਰਗੇ ਹੋਰ ਦਰਖਤ, ਤਾਂ ਉਹ ਵੀ ਚੰਦਨ ਦੀ ਤਰ੍ਹਾਂ ਖੁਸ਼ਬੂ ਦੇਣ ਲੱਗ ਜਾਂਦੇ ਆ। ਇਹ ਚੰਦਨ ਦਾ ਸੁਭਾਅ ਹੈ। ਚੰਦਨ ਉਹਨਾਂ ਵਿੱਚ ਵੀ ਆਪਣੀ ਖੁਸ਼ਬੂ ਭਰ ਦਿੰਦਾ ਹੈ। ਤਾਂ ਸਿੱਖ ਦਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਮਨਸੁਖ ਦਾਸ। ਜਦੋਂ ਭਗੀਰਥ ਲਾਹੌਰ ਦੇ ਵਿੱਚ ਗਿਆ ਭਾਈ ਮਰਦਾਨਾ ਜੀ ਦੀ ਬੱਚੀ ਦੇ ਵਿਆਹ ਦਾ ਸੌਦਾ ਲੈਣ ਵਾਸਤੇ, ਸਮਾਨ ਲੈਣ ਵਾਸਤੇ, ਉੱਥੇ ਜਿਹੜਾ ਉਹਨਾਂ ਨੂੰ ਸੇਠ ਮਿਲਿਆ ਥੋਕ ਦਾ, ਮਨਸੁਖ ਦਾਸ। ਔਰ ਉਸ ਲਿਸਟ ਦੇ ਵਿੱਚ ਜਿੱਥੇ ਹੋਰ ਦਾਜ ਦਾ ਸਮਾਨ ਸੀ, ਇੱਕ ਚੂੜਾ ਵੀ ਸੀ। ਅੱਜ ਕੱਲ੍ਹ ਤਾਂ ਫੈਕਟਰੀਆਂ ਵੱਡੇ ਛੋਟੇ ਚੂੜੇ ਬਣਾ ਦਿੰਦੀਆਂ, ਜਿਹੜਾ ਮਰਜ਼ੀ ਮੇਚ ਕਰ ਲਓ। ਪਰ ਉਦੋਂ ਜਿਹੜਾ ਸੀਗਾ ਲੱਖ ਦਾ ਚੂੜਾ ਮੌਕੇ 'ਤੇ ਮੇਚੇ ਦਾ ਬਣਿਆ ਕਰਦਾ ਸੀਗਾ। ਕਹਿੰਦੇ ਇੱਕ ਚੂੜਾ ਚਾਹੀਦਾ। ਮਨਸੁਖ ਦਾਸ ਕਹਿੰਦਾ ਚੂੜਾ ਤਾਂ ਮਿੱਤਰਾ ਨਹੀਂ ਮਿਲਣਾ ਹਜੇ ਆਪਾਂ ਨੂੰ, ਕਿਉਂਕਿ ਚੂੜਾ ਤਾਂ ਮੌਕੇ 'ਤੇ ਬਣਦਾ ਲੱਖ ਦਾ ਮੇਚਾ ਦੱਸ ਕੇ। ਉਹ ਕਹਿਣ ਲੱਗਿਆ ਵੀ ਗੱਲ ਆਇਆ ਵੀ ਮੈਂ ਤੇਰੇ ਕੋਲੇ ਕੱਟਣੀ ਆ ਇੱਕ ਰਾਤ, ਤੇ ਦੂਜੀ ਰਾਤ ਮੈਂ ਨਹੀਂ ਇੱਥੇ ਕੱਟਣੀ। ਉਹ ਕਹਿੰਦਾ ਇੱਕ ਦਿਨ 'ਚ ਬਣਦਾ ਨਹੀਂ, 2-3 ਦਿਨ ਲੱਗਣਗੇ। ਕਹਿੰਦਾ ਮੇਰਾ ਤਾਂ ਜੀਵਨ ਬਰਬਾਦ ਹੋ ਜਾਊਗਾ, ਮੈਂ ਦੂਜੀ ਰਾਤ ਨਹੀਂ ਕੱਟਣੀ। ਕਿਉਂ? ਕਹਿੰਦਾ ਮੇਰੇ ਮਾਲਕ ਨੇ, ਮੇਰੇ ਗੁਰੂ ਨੇ ਕਿਹਾ ਕਿ ਇੱਕੋ ਰਾਤ ਕੱਟਣੀ ਆ ਲਾਹੌਰ 'ਚ, ਦੂਜੀ ਰਾਤ ਨਹੀਂ ਕੱਟਣੀ। ਕਹਿੰਦਾ ਇਹੋ ਜਿਹਾ ਕਿਹੋ ਜਿਹਾ ਤੇਰਾ ਗੁਰੂ? ਕਹਿੰਦਾ ਬਸ ਰੱਬ ਹੀ ਹੈ, ਉਹਦੇ ਬਚਨ ਟਲ ਹੀ ਟਲ ਹੈ, ਇਸ ਕਰਕੇ ਮੈਂ ਨਹੀਂ ਰਹਿ ਸਕਦਾ। ਮਨਸੁਖ ਦਾਸ ਕਹਿੰਦਾ ਇਹੋ ਜਿਹਾ ਮੈਂ ਕਦੇ ਸੁਣਿਆ ਤਾਂ ਹੈ ਨਹੀਂ ਗਾ, ਪਰ ਜੇ ਹੈਗਾ ਤਾਂ ਮੈਨੂੰ ਵੀ ਲੋੜ ਹੈ ਇਹੋ ਜਿਹੇ ਰੱਬ ਦੇ ਪਿਆਰੇ ਦੀ, ਯਾਰ ਮੈਨੂੰ ਵੀ ਮਿਲਾ। ਕਹਿੰਦੇ ਠੀਕ ਹੈ ਤੂੰ ਵੀ ਚੱਲ ਵੜੀ, ਤੈਨੂੰ ਵੀ ਮਿਲਾ ਦਿਆਂਗੇ। ਪਰ ਚੂੜੇ ਦਾ ਕਿਵੇਂ ਕਰ ਗਿਆ? ਐ ਕਰਦੇ ਆ, ਸਾਡੇ ਘਰੇ ਇੱਕ ਚੂੜਾ ਪਿਆ, ਕਿਉਂਕਿ ਵਿਆਹ ਤੋਂ ਬਾਅਦ ਚੂੜਾ ਫ੍ਰੀ ਹੋ ਜਾਂਦਾ, ਚਾਹੇ ਨੂੰਹ ਦਾ ਲਾ ਕੇ ਰੱਖਿਆ ਹੋਵੇ ਵਿਆਹ ਤੋਂ ਬਾਅਦ। ਕਹਿੰਦੀ ਉਹ ਚੂੜਾ ਮੈਂ ਲੈ ਚੱਲੂੰਗਾ ਜੇ ਮੈਨੂੰ ਉਹ ਵਾਕਿਆ ਹੀ ਮਹਾਂਪੁਰਸ਼ ਚੜ੍ਹਦੀ ਕਲਾ ਦੇ ਲੱਗੇ, ਜੇ ਉਹਨਾਂ ਨੇ ਮੇਰੀ ਅੰਤਰਜਾਮਤਾ ਨਾਲ ਅੰਦਰਲੀ ਗੱਲ ਬੁੱਝ ਲਈ, ਤਾਂ ਮੈਂ ਉਹ ਚੂੜਾ ਭੇਟ ਕਰ ਦੂੰਗਾ, ਫਿਰ ਚਾਹੇ ਤੈਨੂੰ ਦੇ ਦੇਣ। ਕਹਿਣ ਲੱਗਿਆ ਠੀਕ ਆ। ਤੋ ਇਹ ਸੌਦਾ ਲੈ ਕੇ ਤੇ ਉਹ ਚੂੜਾ ਲੈ ਕੇ ਤੁਰ ਪਏ ਲਾਹੌਰ ਤੋਂ। ਗੁਰੂ ਪਿਆਰਿਓ, ਸੁਲਤਾਨਪੁਰ ਨੂੰ, ਆਪਣਾ ਨਨਕਾਣਾ ਸਾਹਿਬ ਨੂੰ। ਸੁਲਤਾਨਪੁਰ ਲੋਧੀ ਉਦੋਂ ਮਰਦਾਨਾ ਸੌਦਾ ਲੈਣ ਪਹੁੰਚਿਆ ਸੀ ਨਨਕਾਣੇ ਤੋਂ ਚੱਲ ਕੇ। ਮੋਦੀ ਖਾਨੇ ਸੁਲਤਾਨਪੁਰ ਲੋਧੀ ਤੋਂ ਭਗੀਰਥ ਲਾਹੌਰ ਭੇਜਿਆ ਸੀ। ਲਾਹੌਰੋਂ ਸੁਲਤਾਨਪੁਰ ਨੂੰ ਚੱਲ ਪਏ ਤੇ ਆਉਂਦੇ ਆਉਂਦੇ ਮਨਸੁਖ ਨੇ ਆਪਣੇ ਦਿਮਾਗ 'ਚ ਇੱਕ ਫੁਰਨਾ ਬਣਾਇਆ ਬਈ ਜੇ ਉਹ ਮਹਾਂਪੁਰਸ਼ ਜਿਹਨੂੰ ਇਹ ਕਹਿੰਦਾ ਹੈ ਕਿ ਉਹਨਾਂ ਦੇ ਹਿਰਦੇ ਦੇ ਬਚਨ ਬੁੱਝ ਲੈਂਦੇ, ਅੰਤਰਜਾਮੀ ਹੈ, ਜੇ ਉਹਨਾਂ ਨੇ ਮੈਨੂੰ ਮੇਰਾ ਨਾਂ ਲੈ ਕੇ ਬੁਲਾ ਲਿਆ ਤੇ ਮੈਂ ਸਭ ਕੁਝ ਸਮਰਪਣ ਕਰ ਦੂੰਗਾ। ਤੇ ਜਦੋਂ ਇਹ ਦੋਨੇ ਜਣੇ ਪਹੁੰਚੇ ਮੋਦੀ ਖਾਨੇ ਤੇ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆਓ ਮਨਸੁਖ ਆਓ, ਭਗੀਰਥ ਤੂੰ ਉੱਥੇ ਵੀ ਮੇਰੀ ਖੁਸ਼ਬੂ ਛੱਡਿਆ ਆ। ਇਹ ਸਿੱਖ ਦੇ ਵਿੱਚੋਂ ਖੁਸ਼ਬੂ ਨਿਕਲਣੀ ਚਾਹੀਦੀ ਹੈ ਗੁਰਸਿੱਖੀ ਦੇ ਪ੍ਰਚਾਰ ਦੀ। ਸਾਡਾ ਜੀਵਨ ਹੀ ਇਹੋ ਜਿਹਾ ਬਣ ਜਾਵੇ, ਸਾਨੂੰ ਕਹਿਣ ਦੀ ਲੋੜ ਨਾ ਪਵੇ, ਸੋ ਲੋਕ ਸਾਨੂੰ ਦੇਖ ਕੇ ਹੀ ਸਿੱਖ ਬਣਨੇ ਸ਼ੁਰੂ ਹੋ ਜਾਣ। ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਾਡਾ ਜੀਵਨ ਇਹੋ ਜਿਹਾ ਬਣ ਜਾਵੇ ਕਿ ਲੋਕ ਵੇਖ ਲੈਣ ਬਈ ਯਾਰ ਗੁਰੂ ਨਾਨਕ ਦੇ ਸਿੱਖ ਇੱਦਾਂ ਦੇ ਹੈ, ਬੰਦਾ ਇੱਦਾਂ ਦਾ ਬਣਨਾ ਚਾਹੀਦਾ। ਜਿਵੇਂ ਆ ਕਰੋਨਾ ਦੇ ਵਿੱਚ ਲੰਗਰ ਚਲਾਏ, ਬਾਬੇ ਨਾਨਕ ਨੇ ਪਿਰਤ ਪਾਈ ਆ, ਹੁਕਮ ਦਿੱਤਾ ਹੈ, ਤਾਂ ਇੰਨੇ ਲੰਗਰ ਸਾਰੇ ਹੀ ਦੇਸ਼ਾਂ ਦੇ ਵਿੱਚ ਚੱਲੇ ਕਿ ਬਾਹਰਲੇ ਦੇਸ਼ਾਂ ਵਾਲਿਆਂ ਨੇ ਇਹ ਚੀਜ਼ ਦੇਖ ਕੇ
ਪ੍ਰਭਾਵਿਤ ਹੋਣਾ ਕੀਤਾ, ਗੁਰੂ ਘਰਾਂ ਦੀਆਂ ਪ੍ਰਕਰਮਾਂ ਕੀਤੀਆਂ, ਸਿੱਖਾਂ ਦੇ ਧੰਨਵਾਦ ਕੀਤੇ, ਬਲਕਿ ਮੀਡੀਆ ਤੇ ਇਹ ਵੀ ਕਹਿ ਦਿੱਤਾ ਵੀ ਗੁਰੂ ਘਰ ਤਾਂ ਹਰੇਕ ਦੇਸ਼ ਵਿੱਚ ਹੋਣੇ ਚਾਹੀਦੇ ਆ। ਕੋਈ ਸਤਨਾਮ ਸੀ। ਇਸ ਕਰੋਨਾ ਦੀ ਬਿਮਾਰੀ ਕਾਰਨ ਜਿੱਥੇ ਦੁਨੀਆ ਨੂੰ ਪ੍ਰਸ਼ਾਦਾ ਪਾਣੀ ਨਹੀਂ ਸੀ ਮਿਲਦਾ, ਭੁੱਖੇ ਮਰਦੇ ਸੀ ਬਿਮਾਰੀ ਕਾਰਨ, ਉੱਥੇ ਇਹ ਵੱਡਾ ਰੋਲ ਹਰੇਕ ਦੇ ਤੱਕ ਪ੍ਰਸ਼ਾਦਾ ਪਹੁੰਚਾਉਣ ਦਾ ਜਿਹੜਾ ਗੁਰੂ ਨਾਨਕ ਦੇ ਘਰ ਨੇ ਪਹੁੰਚਾਇਆ ਹੈ, ਇਹ ਗੁਰੂ ਨਾਨਕ ਦੇ ਘਰ ਤਾਂ ਹਰ ਥਾਂ ਹੋਣੇ ਚਾਹੀਦੇ ਆ। ਕਹਿੰਦੇ ਆਓ ਭਗੀਰਥ, ਤੂੰ ਮੇਰੀ ਖੁਸ਼ਬੂ ਲਾਹੌਰ ਵੀ ਛੱਡੇ ਆਇਆ ਹੈ, ਆਓ ਮਨ ਸੁਖ ਆਓ, ਤੈਨੂੰ ਮਨ ਦਾ ਸੁੱਖ ਦਈਏ। ਬਸ ਫੇਰ ਕੀ ਸੀਗਾ, ਮਨ ਸੁਖ ਦਾਸ ਦੀ ਭਾਵਨਾ ਬੁੱਝ ਲਈ ਤੇ ਪੈਰੀ ਪੈ ਗਿਆ। ਤੋ ਇਸ ਕਰਕੇ ਸਿੱਖ ਦੇ ਅੰਦਰੋਂ ਖੁਸ਼ਬੂਆਂ ਆਉਣੀਆਂ ਚਾਹੀਦੀਆਂ। ਕਹੋ ਸਤਨਾਮ ਸ੍ਰੀ। ਭਾਵ ਚੰਗਾ ਜੀਵਨ। ਸੈਂਟ ਦੀ ਖੁਸ਼ਬੂ ਨਹੀਂ ਵੀ ਘਰੋਂ ਸੈਂਟ ਲਾ ਕੇ, ਪਾਊਡਰ ਲਾ ਕੇ ਜਾਂ ਹੋਰ ਵਸਤੂਆਂ ਸਰੀਰ ਤੇ ਮਲ ਕੇ ਤੁਰ ਪੋ, ਹਾਂ ਸੈਂਟ ਦੀ ਖਬਰ ਆਉਂਦੀ ਆ। ਬੋਲਬਾਣੀ ਭੈੜੀ ਹੋਵੇ ਜਾਂ ਬੋਲਿਆ ਤਾਂ ਕੱਢਿਆ ਵਿਚਾਰ, ਬੰਦਾ ਕਿਹੋ ਜਿਹਾ ਹੈ ਉਹਦੀ ਬੋਲਬਾਣੀ ਤੋਂ ਪਤਾ ਲੱਗਦਾ ਹੈ। ਇਸ ਕਰਕੇ ਕੁੰਗੂ ਕੀ ਕਾਇਆ ਸਿੱਖੋ, ਪਰਮੇਸ਼ਰ ਨੂੰ ਪਾਉਣ ਵਾਸਤੇ ਸਾਡਾ ਸਰੀਰ ਕੁੰਗੂ ਵਰਗਾ ਪਵਿੱਤਰ ਹੋਣਾ ਚਾਹੀਦਾ, ਔਰ ਰਤਨਾ ਕੀ ਲਲਤਾ, ਜੀਵ ਚੋਂ ਮੋਤੀ ਕਰਨੇ ਚਾਹੀਦੇ ਆ। ਅਗਰ ਵਾਸ ਤਨ ਸਾਸ, ਸਵਾਸਾਂ ਚੋਂ ਖੁਸ਼ਬੂ ਆਉਣੀ ਚਾਹੀਦੀ ਆ। 68 ਤੀਰਥ ਕਾ ਮੁਖ ਟਿੱਕਾ, ਫੇਰ ਉਸ ਨੂੰ 68 ਤੀਰਥਾਂ ਦੇ ਜਾਣਾ ਨਹੀਂ ਪੈਣਾ। 68 ਤੀਰਥ ਆ ਕੇ ਉਹਦੇ ਟਿੱਕਾ ਕਰਨਗੇ। ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਜਿਹੜੇ ਤੀਰਥ ਬਣਾਇਆ ਨਾ, ਆਮ ਜਨਤਾ ਤਾਂ ਤੀਰਥਾਂ ਦੇ ਜਾਂਦੀ ਹੈ ਪਾਪ ਲਾਉਣ ਵਾਸਤੇ ਆਪਣੇ, ਪਰ ਤੀਰਥ ਕਹਿੰਦੇ ਇਹ ਦੁਨੀਆ ਦੇ ਪਾਪ ਸਾਡੇ 'ਚ ਇਕੱਠੇ ਹੋ ਗਏ, ਹੁਣ ਸਾਡੇ ਵਿੱਚ ਕੋਈ ਆ ਕੇ ਰੱਬ ਦਾ ਪਿਆਰਾ ਚਰਨ ਪਾਵੇ ਤੇ ਅਸੀਂ ਵੀ ਸਾਫ਼ ਹੋ ਜਾਈਏ, ਅਸੀਂ ਵੀ ਪਵਿੱਤਰ ਹੋ ਜਾਈਏ। ਇਸ ਕਰਕੇ 68 ਤੀਰਥਾਂ ਦਾ ਟਿੱਕਾ ਤੇਰੇ ਮੱਥੇ ਵਿੱਚ ਲੱਗੇ। ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨ ਦਾ ਐਸਾ ਫਲ ਹੈ ਜੈਸਾ ਕੋਈ 68 ਤੀਰਥਾਂ ਦੇ ਦਰਸ਼ਨ ਕਰ ਲਵੇ। ਇਹ ਸਾਧੂਆਂ ਦੀ ਸੰਗਤ ਦਾ ਫਲ ਹੈ, ਕਿਉਂਕਿ 68 ਤੀਰਥ ਸਿਫਤ ਰੂਪੀ ਜਸ ਉਹਨਾਂ ਦਾ ਕਰਦੇ ਆ ਜਿਹੜੇ ਰੱਬ ਨਾਲ ਜੁੜੇ ਹੋਏ ਹੈ। ਇਹੋ ਜਿਹਾ ਜੇ ਸਾਡਾ ਜੀਵਨ ਹੋਵੇ, ਜਿਵੇਂ ਪਿਛਲੇ ਸ਼ਬਦ ਵਿੱਚ ਵੀ ਦੱਸਿਆ ਕਿ ਮਨੁੱਖ ਦਾ ਜੀਵਨ ਚਾਲ ਚੱਲਣ, ਖਾਣ ਪਾਨ, ਰਹਿਣ ਸਹਿਣ ਕਿਹੋ ਜਿਹਾ ਹੋਣਾ ਚਾਹੀਦਾ। ਪਿੱਛੇ ਕੱਲ ਆਪਾਂ ਪੜ੍ਹਿਆ ਸੀਗਾ, 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ। ਫਿਰ ਬੇਬੇ ਕਹਿੰਦੀ ਪੁੱਤਾ ਚੋਲਾ ਪਾਲਾ, ਮੈਂ ਨਵਾਂ ਕੱਪੜਾ ਲਿਆਈਆਂ ਤੇਰੇ ਵਾਸਤੇ, ਆ ਲਾ ਦੇ। ਬੇਬੇ ਮੈਂ ਬਹੁਤ ਸੋਹਣਾ ਚੋਲਾ ਪਾਇਆ ਹੋਇਆ, ਕੈਸਾ? ਰੱਤਾ ਪਹਿਨਣ ਮਨ ਰੱਤਾ, ਰੱਬ ਦੇ ਰੰਗ ਵਿੱਚ ਮਨ ਰੰਗਿਆ, ਇਹ ਲਾਲ ਰੰਗ ਦਾ ਚੋਲਾ ਹੈ ਮੇਰਾ। ਸਫੇਦੀ ਸੱਤ ਦਾਨ, ਸੱਚ ਬੋਲਣਾ, ਇਹ ਚਿੱਟੇ ਰੰਗ ਦਾ ਚੋਲਾ ਹੈ ਮੇਰਾ। ਨੀਲਾ ਕਾਲਾ, ਇਹ ਅੰਦਰੋਂ ਵਿਕਾਰਾਂ ਨੂੰ ਕੱਢਣਾ, ਇਹ ਨੀਲੇ ਤੇ ਕਾਲੇ ਚੋਲੇ ਹਨ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਤੇ ਧਿਆਨ ਹਮੇਸ਼ਾ ਰੱਬ ਨਾਲ ਜੋੜ ਕੇ ਰੱਖਣਾ, ਬਸ ਇਹੀ ਪਹਿਨਣਾ ਹੈ। ਕਮਰ ਬੰਦ ਸੰਤੋਖ ਕਾ, ਸਬਰ ਸੰਤੋਖ ਦਾ ਕਮਰ ਕਸਾ ਕਰਕੇ ਰੱਖਣਾ। ਧਨ ਜੋਬਨ ਤੇਰਾ ਨਾਮ, ਸਾਡਾ ਧਨ, ਸਾਡੀ ਜਵਾਨੀ, ਸਾਡੀ ਸੁੰਦਰਤਾ, ਉਹਦਾ ਨਾਮ ਹੈ ਬਾਬਾ। ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ। ਪਿਛਲੇ ਸ਼ਬਦ ਵਿੱਚ ਵੀ ਸਾਨੂੰ ਜੀਵਨ ਜਾਚ ਸਿਖਾਈ ਸੀ ਪਾਤਸ਼ਾਹ ਜੀ ਨੇ, ਭਾਵੇਂ ਕਿ ਇਹ ਬਚਨ ਸਤਿਗੁਰਾਂ ਨੇ ਆਪਣੇ ਮਾਤਾ ਪਿਤਾ ਨੂੰ ਸੰਬੋਧਨ ਹੋ ਕੇ ਕਹੇ ਸਨ। ਜਦੋਂ 12 ਸਾਲਾਂ ਦੀ ਉਦਾਸੀ ਤੋਂ ਬਾਅਦ ਸਤਿਗੁਰੂ ਨਨਕਾਣਾ ਸਾਹਿਬ ਭਾਈ ਬਾਲੇ ਕੇ ਖੂਹ ਤੇ ਜਾ ਬੈਠੇ ਸੀ। ਖੈਰ ਸਿੱਖਾਂ ਨੇ ਪੁੱਛਿਆ ਪਰਮੇਸ਼ਰ ਨੂੰ ਪਾਉਣ ਦੀ ਜੁਗਤੀ ਦੱਸੋ। ਕਹਿੰਦੇ ਐਦਾਂ ਦਾ ਜੀਵਨ ਹੋਵੇ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, दूध करम फुन सुरत समायन, होए न राज जमावो, जपो ता एको नामा
अवर निराफल काम। 68 तीर्थ का मुख टिक्का। ये 68 तीर्थ फिर उन्हां दे गुरु प्यारिओ सत्कार करते है। ये था 68 तीर्थ भी उन्हां दे सामने झुकते हैं, पैरी पैंदे आ। जिस तरह गुरु प्यारिओ एक भाई जगता सेठ नाम दा सिख होया है पटना साहिब दे विच। धन धन श्री गुरु तेग बहादुर महाराज जी जब पटना साहिब गए ना, एक दिन तुरे जा रहे हैं, नाल सिख हैं घोड़ियां ते सवार सतगुरु भी, ते जाके जगते सेठ दे गेट ते खड़ गए। कहने सिखो बार खड़काओ। जद बार खड़काया अंदरों आवाज आई, मैं नहीं खोलदा। बाहर कहा भी गेट खोल भाई, कहना मैं नहीं खोलदा। असल विचों वड्डी उम्र दा हो गया सीगा ते आंढ गुआंढ दे बच्चे डिस्टर्ब करदे, जाके उसनूं तंग करदे सी। वो कुंडा ला के रखदा अंदरों। जद उन्हें कहा मैं नहीं खोलदा ते बाहरों सिखां ने कहा गुरु साहब आए ना तैनूं मिलण लई, गेट खोल। कहना गुरु साहब हैगे तां आपे आ जाणगे, गेट नहीं खुलदा। गुरु तेग बहादुर जी सिखां नूं कहने वेखो कोई होर पासे बारी बूरी कोई है तां उधर ही टप जाने भाई। तो घूम के देखिया घर के मगरले पासे एक बारी सीगी, इस दिन में रोशनदान रखिया हुंदा है। ते धन गुरु तेग बहादुर जी उस पासे गए घूम के, कहने जी पिछे एक रोशनदान तो हैगा। कहने कोई गल नहीं, उत्थों दी टप जाने आ। ये गुरु दे कोले पावर है। अणु तो गुरु प्यारिओ पहाड़ बना देना ते पहाड़ तो अणु बना देना, रिद्धियां सीधियां जिन्होंने कहते हैं। छोटा बना देना ते वड्डा कर लेना शरीर के आकार नूं। ते सतगुरु पातशाह जी कहते उस रोशनदान के राही पिछले पासे उस बारी के राही छोटे होके टप गए ते अंदरों जाके बार खोलता। फिर जगते सेठ नूं पुछया भी की गल भाई तू बार नहीं खोलदा। कहना बाबा जी देख लो उम्र किन्नी होगी, 300-400 साल की होगी मेरी, और मेरा जी करदा हुण मैं शरीर छड्ड देवां। मैथों शरीर की क्रिया कर्म भी नहीं हुंदागा, नहाता धोता भी नहीं जांदागा। धन गुरु तेग बहादुर जी सहजे कहन लगे कोई गल नहीं, ਉਹ गंगा वगदी है तैनूं घरे आके इशनान करा दिया करूगी। कोई गंगा दरिया वगदे ना पटना साहब। ਉਹ कहने वाह महाराज जब गंगा इधर नूं आऊगी, जिवें सरोवर का पानी इधर नूं आ जाए चढ़ के, जब गंगा इधर नूं आऊगी तो लोगों ने घर डुब जाणगे महाराज। कहने उदा नहीं, तू आ कुंड दे विच बह जिया कर, तेरे उत्ते फुहारे की नियाई पानी पिया करेगा। कहने गां का रूप धार के तैनूं कहने गंगा इशनान करा दिया करूगी। किन्ना ही चिर वो जगते सेठ का इस तरह ही क्रिया कर्म नितनेम हुंदा रहा। कहंदे वो कुंड विच बह जांदा ते वो गंगा ओदा इशनान करवा के जांदी रोजाना, क्योंकि सारे हुक्म च है। गुरु तेग बहादुर ने हुक्म जो करता ना भी वो आऊगी तो उन्होंने आउना पिया। भै विच पवन बहै सदवाओ, भै विच चले लख दरियाओ। सतगुरु पातशाह जी कहते इस तरह सिख जिहड़ा है हमेशा खिड़िया रवे, खुशबूआं आउण शरीर दे विचों, हमेशा खुश रहे। 68 तीर्थ का मुख टिक्का, तित घट मत विगास। नानक भगतां सदा विगास। उथे सिखो खेड़ा ही बनिया रहिंदा, उथे ही रब दा वासा है। नानक भगतां सदा विगास। सुनिया दोख पाप का नास। कहन लगे इस तरह सिखो परमेश्वर का नाम जपीए, इदां दा जीवन बना के भांडा धोए बैस धूप देवो, तो दूध को जावो। दूध करम फुन सुरत समाए न होए निराश जमावो। जपो तो एको नामा अवर निराफल कामा। इहो जिहा जीवन होना चाहिए। तित कट मत विगास, उत मती सालाहना। सच नाम गुणतास। इहो जी मत बना के, इहो जी सारी सुंदरता बना के, सफाई करके शरीर दी अंदरों बाहरों, बोल बाणी दी सफाई करके, जां बोलिया तो कढ़िया विचार चंगा बोल के,
फिर इस मत नाल परमेश्वर की सिफत सलाह करो। उत्तमति सलाहन ऐसी मत नाल प्रभु की सिफत सलाह करनी चाहिए है, क्योंकि उन्होंने दे हिरदे विच परमेश्वर का सच्चा नाम वस जाता है। इहो जी मत होनी चाहिए है। मत विच रतन जवाहर मानक, जे ए गुर की सिख सुनी, गुरां इक दे बुझाई, सबना जियां का एक दाता, सो मैं विसर न जाई। इहो जी मत सिखो साडी होनी चाहिए आ कि तुहाडा जीवन देख के ही लोग सिख बनने शुरू हो जाण। ते बहुत सारे लोगों ने इस गल नूं फील भी किया, ते बहुत सारे पखंडी भी है ਜਿਹੜੇ सिखी नूं बदनाम भी करते हैं। वो फिर अपनी कीती पाउंदे है, ਜਿਹੜੇ गुरमत के उल्ट चलते हैं, खराब करते हैं गुरु घर के सिस्टम नूं, नाम नूं। इस करके मेरे प्रीतम जी कहते इहो जी मत सिक्खा होनी चाहिए है। बाबा होर मत होर बाकी जितनियां भी मतां हन, पातशाह दा बचन है, एक पाठ पढ़ियो और वेद विचारियो, निवल भयंगम साधे, पंच जना से संग न छुटकियो, अर के अहम बुध वादे प्यारे, इन विद मिलन न जाई, मैं किए कर्म अनेका, हार परियो स्वामी के द्वारे, दीजै बुद्ध विवेका। जिन्ना चिर ज्ञान वाली विवेक बुद्धि वाली मत नहीं ना बनती, उन्ना चिर मिलना बड़ा औखा है। भावें फिर कोई कुछ भी करी जाए, जिन्ना चिर गुरु नूं नहीं मिलता। गुरु वाला बने बिना गल नहीं बनती। बाबा होर मत होर, जे 100 वेर कमाई है, कूड़ा कूड़ा जोर। कहन लगे जे कोई होर तरह दियां मतां नूं धारण करके आपदे कर्मकांड पखंडां नूं करदा है, पातशाह का ये बचन बहुत वधिया है, पंजवें पातशाह जी का है। कहते इस तरह बंदा पाठ भी करता है, बहुत सारे कर्मकांड भी करता है, न्योली कर्म भी करता है, पर वो प्रवान नहीं होंदा गा। पंजा विकारां तो खैरा नहीं छुटता, 5 जना से संग न छुटक्यो, अधिक अहम बुध वादे प्यारे, इन बिद मिलन न जाई। इस तरह तट्टां तीर्थां ते 68 तीर्थां दे चक्कर लाउंदा रहे, भटकदा रहे, दान पुण्य करदा रहे, सोना चांदी दान करदा रहे। पुराने राजे जिहड़े सन, वो इस्त्रियां नूं सोने नाल लद के मंदिरां विच दान कर दिंदे सीगे। पर पातशाह जी कहते जे कोई जाके गंगा ते आरे नाल अपना सीस भी कटवा देवे, जे कोई गंगा ते वसन भी लग जावे, तां भी वो परमेश्वर नूं पा नहीं सकता। गंगा तीर जो घर करे, पीवै निर्मल नीर, बिन हर भगत न मुक्त होए, इयों कह रमे कबीर। परमेश्वर की प्रेमा भगती तो बगैर मुक्ति नहीं होनी, चाहे कोई धार्मिक स्थानां दे विच रहन लग जावे। कई बारी धार्मिक स्थानां दे विच रहन वाले ये सोचते असीं तां धार्मिक स्थान ते रहने, चाहे वो कुछ भी है, मसीत है, मंदिर है जां गुरु घर है। धार्मिक स्थान दे विच रह के जे जीवन नहीं बदलना, फिर मुक्ति नहीं होनी। कहो सतनाम श्री। जे किसी एक नूं संबोधन करके पातशाह ने कहा वो गल सारियां वास्ते हुंदी है, पर थाए साखी महापुरख बोलदे सांझी सगल जहानी। बिन हर भगत न मुक्त होए, इयों कह रमे कबीर। कबीर साहब जी भी इदां दसदे हुए चले गए। जे 100 वेर कमाई है, कूड़ा कूड़ा जोर रहाओ। एवें झूठा ताकत बखाउणी है, रिद्धियां सिद्धियां बखाउणियां गुरु प्यारिओ। कपालकां दी मत हड्डियां दी माला पाई फिरदा कोई। संत समूह अनेक मजे 10वें पातशाह जी ने कहा, श्रावक सुध समूह सुधान कै देख फिरियो कर जोग जति के। सूर सुरार्दन सुध सुधारक संत समूह अनेक मति के। सारे ही देश को देख रहे हो, मत को न देखियत। कहन लगे श्री भगवान की भाई कृपा हूँ ते एक रत्ती बिन एक रत्ती के। सारे ही देश को देख रहे हो, मत को न देखियत।
प्राणपति के, उस प्राणा दे पति परमेश्वर नाल कोई नहीं जुड़िया होया, सारे वडियाइयां नाल ही जुड़े हुए आ। इस करके मेरे प्रीतम जी बख्शिश करदे हन सिखो, होर मतां नूं धारण करके भटकदे फिरना सब झूठ है। चाहे कोई दुनिया विच ऐसा भी क्यों ना बन जावे, कैसा रहाओ। पूज लगे पीर आखिए सब मिले संसार। मुसलमाना विच पीर हुंदा, हिंदू मत विच गुरु हुंदा। कहंदे चाहे कोई गुरु बन जावे ते चाहे कोई पीर बन जावे ते सारी दुनिया बाबा जी करदी होवे उसनूं, पर जे जीवन उहदा सही नहीं ना हैगा, वो कदे भी मुक्त नहीं हो सकदा, कदे भी परमेश्वर नूं नहीं पा सकदा। उस राजे नूं भी कहा कि जे किसी दी इन्नी लंबी उम्र हो जावे, सारी दुनिया उहदे हुक्म अंदर चलदी होवे, जे जुग चारे यार जा होर सुनी होए, नवां खंडां भी जाणियां नाल चले सब कोए। चाहे पीर बन के चाहे राजा बन के, गुरु बन के संसार दे विच गुरु प्यारो देख रहे हैं आपां कितने ही पखंडी साध जो दुनिया विच गुरु बन के विचर रहे सी। हज़ारां लखां दी गिनती विच दुनिया मगर लगी हुई सी, पर आप दा जीवन नहीं बदलिया ते उन्हां दा हशर कैसा होया अज। पूज लगे पीर आखिए सब मिले संसार। जे जुग चारे यार जा होड़ सुनी होए, नवां खंडा भी जानिया नाल चले सब कोए। चंगा नाउ रखाए कै जस कीर्त जग ले, पर जे तिस नलर न आवी तां बात ना पुछै के। जे गुरु दी निगाह हेठा नहीं आया ते उस नूं फिर सत्कार नहीं मिलेगा, ते अगला जन्म कीटा अंदर कीट का दोषी दोष धरे फिर इन्हां टेढ़ियां जूनां विच पाया जांदा है। प्रीतम जी कहंदे चाहे कोई बहुत वड्डा पीर गुरु बन जावे, पूज लगे पीर आखिए सब मिले संसार। नाम सदाए अपना होवे सिद्ध शुमार, ओदी गिनती सिद्धां विच हो जावे। जिवें गोरखनाथ दे 84 सिद्ध सन, सिद्ध ओ हुंदा है जिन्हां ने गुरु प्यारिओ संसार नूं वस विच कर लिया। जंतरां मंत्रां नाल सिद्धियां प्राप्त कर लियां, जंतरां मंत्रां नूं सिद्ध कर लिया। जिवें रावण ने सारे ही ग्रह अपने सिद्ध करके काबू च कर ले सी, उन्हां ग्रहां तो काम लैंदा सी। ब्राह्मण सी, गौड़ ब्राह्मण सीगा ब्राह्मण ये रावण। सुंदर सी, पैसा भी थोड़ा नहीं सीगा, लंका सोने दी बनी हुई सी, और जंतरा मंत्रा दे नाल वेदां दा वक्ता सीगा। जंतरा मंत्रा सारे ग्रह अपने वस विच कर लए, बस एक मौत वस विच नहीं हुई सी। उह तो तां अखीर गुरु प्यारिओ इहो जे बंदे बारे बाणी लिखदी आ, अत सुंदर कुलीन चतर मुख ज्ञानी धनवंत। मृत कहिए नानका जे प्रीत नहीं भगवंत। पूज लगे पीर आखी है। जे कोई दुनिया विच बाबा जी कहाउंदा होवे, पीर जी मुसलमान पीर जी कहंदे आ, हिंदू मत विच बाबा जी करदे आ। जे कोई दुनिया विच ऐसी रिद्धियां सिद्धियां नूं प्राप्त करके ऐसी अवस्था पा लवे, सारी दुनिया नूं मगर ला लवे, नाउ शुदाए अपना, ओदा नाउ दुनिया विच चल पवे। होवे सिद्ध सुमार, जां पत लेखे ना पवे, तां सबा पूज खुआर। ए दुनिया विच कराई हुई पूजा बेकार गई, जे दरगाह दे विच धर्मराज ने फड़ के संगलां नाल बन लिया। कहो सतनाम श्री जी। उत्थे इज्जत ना हुई तो फिर इत्थों वाली इज्जत का की करना। इस करके धन धन श्री गुरु नानक देव जी महाराज कहंदे, ये संसार दियां वडियाइयां बेकार है, किसी काम दियां नहीं, ये सब खत्म होने वालियां हन। इस करके सतगुरु पातशाह जी कहंदे,
ਹੋਵੇ ਸਿੱਧ ਸੁਮਾਰ, ਸਿੱਧਾਂ ਦੇ ਵਿੱਚ ਉਹਦੀ ਗਿਣਤੀ ਹੁੰਦੀ ਹੋਵੇ, ਪਰ ਜੇ ਪਰਮੇਸ਼ਰ ਦੇ ਦਰ 'ਤੇ ਉਹਦੀ ਇੱਜ਼ਤ ਨਾ ਹੋਈ ਤਾਂ ਉਹਦਾ ਜੀਵਨ ਜਿਹੜਾ ਮਾਤ ਲੋਕ ਦਾ ਮਨੁੱਖਾ ਜੀਵਨ ਐਵੇਂ ਹੀ ਗਿਆ, ਖਰਾਬ ਕਰ ਲਿਆ। ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨ ਸਕੈ ਕੋਏ। ਤੇ ਜਿਨ੍ਹਾਂ 'ਤੇ ਸਿੱਖੋ ਗੁਰੂ ਦੀ ਕਿਰਪਾ ਹੋ ਜਾਵੇ, ਜਿਨ੍ਹਾਂ 'ਤੇ ਗੁਰੂ ਦਾ ਥਾਪੜਾ ਹੋਵੇ, ਜਿਨ੍ਹਾਂ ਨੂੰ ਗੁਰੂ ਮਿਲ ਜਾਵੇ, ਉਹ ਹਮੇਸ਼ਾ ਹਮੇਸ਼ਾ ਲਈ ਕਾਇਮ ਰਹਿੰਦੇ ਆ। ਜਿਵੇਂ ਇੱਕ ਰਾਜਾ ਸ਼ਿਕਾਰ ਖੇਡਣ ਗਿਆ ਜੰਗਲ 'ਚ, ਸ਼ਹਿਰ ਤੋਂ ਬਾਹਰ ਜੰਗਲਾਂ ਦੇ ਵਿੱਚ ਇੱਕ ਸਾਧੂ ਬੈਠਾ, ਦਰਖਤ ਦੇ ਹੇਠਾਂ ਬੈਠਾ। ਸੋਚਿਆ ਵੀ ਇੰਨੀ ਦੂਰ ਆ ਕੇ ਬੈਠਾ, ਇਹਦਾ ਜੀਵਨ ਗੁਜ਼ਾਰਾ ਕਿਵੇਂ ਚੱਲਦਾ ਹੋਊਗਾ। ਆਸੇ ਪਾਸੇ ਵੇਖਿਆ ਉਹਨੇ, ਨੇੜੇ ਕੋਈ ਵਸੋਂ ਵੀ ਨਹੀਂ ਹੈ। ਕੋਲੇ ਆ ਗਿਆ, ਨਮਸਕਾਰ ਕੀਤੀ। ਕਹਿੰਦਾ ਬਾਬਾ ਜੀ ਇੱਕ ਪ੍ਰਸ਼ਨ ਸੀਗਾ। ਕਿ ਕਹਿੰਦੇ ਇੱਕ ਤਾਂ ਪ੍ਰਸ਼ਨ ਇਹ ਆ ਕਿ ਤੁਸੀਂ ਨਗਰ ਤੋਂ ਸ਼ਹਿਰ ਤੋਂ ਇੰਨੀ ਦੂਰ ਆ ਕੇ ਬੈਠੇ ਹੋ, ਪ੍ਰਸ਼ਾਦੇ ਪਾਣੀ ਦਾ ਕੀ ਪ੍ਰੋਗਰਾਮ ਆ, ਉਹ ਕਿੱਥੋਂ ਆਉਂਦਾ, ਕਿਵੇਂ ਮਿਲਦਾ? ਉਹ ਕਹਿੰਦਾ ਕਈ ਵਾਰੀ ਤਾਂ ਇਕੱਠਾ ਵੀ 3-3 ਦਿਨਾਂ ਦਾ ਆ ਜਾਂਦਾ ਹੈ, ਕਈ ਵਾਰੀ ਨਹੀਂ ਆਉਂਦਾ, ਬਸ ਉਹਦੇ ਹੁਕਮ ਦੇ ਵਿੱਚ ਬੈਠੇ ਰਹੀਦਾ। ਕਹਿੰਦੇ ਦੂਸਰਾ ਸਵਾਲ ਹੈ ਮੇਰਾ ਵੀ ਤੁਸੀਂ ਇੱਥੇ ਬੈਠੇ ਹੋ, ਉੱਤੇ ਛੱਤ ਵੀ ਨਹੀਂ ਪਾਈ, ਦਰਖਤ ਹੇਠਾਂ ਬੈਠੇ ਹੋ, ਤੇ ਮੀਂਹ ਹਨੇਰੀਆਂ ਗੜੇ ਧੁੱਪ ਆਦਿ ਆਉਂਦੀਆਂ, ਫਿਰ ਕਿਵੇਂ ਬਚਦੇ ਹੋ? ਕਹਿੰਦਾ ਇਹ ਸਾਰਾ ਕੁਝ ਮੇਰੇ ਯਾਰ ਦੇ ਹੁਕਮ 'ਚ ਹੈ। ਫਕੀਰ ਕਹਿਣ ਲੱਗਿਆ ਇਹ ਸਾਰਾ ਕੁਝ ਮੇਰੇ ਯਾਰ ਦੇ ਹੁਕਮ 'ਚ ਆ, ਮੇਰੀ ਦੋਸਤੀ ਹੈ ਪਰਮੇਸ਼ਰ ਦੇ ਨਾਲ, ਉਹ ਮੇਰਾ ਯਾਰ ਹੈ। ਇਹ ਚੀਜ਼ਾਂ ਜਿੱਥੇ ਮੈਂ ਬੈਠਾ ਉੱਥੇ ਡਿੱਗਣੇ ਨਹੀਂ ਦਿੰਦਾ, ਉੱਤੇ ਬਦਲੀ ਛਾਂ ਕਰ ਲੈਂਦੀ ਹੈ ਮੇਰੇ। ਗੜੇ ਮੀਂਹ ਕਾਕੜਾ ਹਨੇਰੀ ਇਹ ਸਭ ਮੈਥੋਂ 2-2 10-10 ਫੁੱਟ ਦੂਰ ਹੀ ਰਹਿੰਦਾ। ਮੇਰੀ ਦੋਸਤੀ ਉਸ ਨਾਲ ਹੈ। ਕਹਿੰਦੇ ਅੱਛਾ ਫਿਰ ਤੁਸੀਂ ਸੌਂਦੇ ਕਿੱਥੇ ਹੋ? ਕਹਿੰਦੇ ਆ ਬੋਰੀ ਜਿਹੜੀ ਤੇ ਬੈਠਾ ਇਸੇ ਤੇ ਲੰਮੇ ਪੈ ਜਾਂਦੇ ਆ, ਇੱਥੇ ਰਾਤ ਕੱਟ ਲੈਂਦੇ ਆ, ਇੱਥੇ ਬੈਠੇ ਭਜਨ ਕਰੀ ਜਾਂਦੇ ਆ। ਫਕੀਰ ਕਹਿੰਦਾ ਮੇਰਾ ਇੱਕ ਬਚਨ ਹੈ ਵੀ ਤੂੰ ਕਿੱਥੇ ਸੌਣਾ? ਕਹਿੰਦਾ ਮੈਂ ਤਾਂ ਜੀ ਸੋਨੇ ਦਾ ਬੈੱਡ ਬਣਾਇਆ ਹੋਇਆ, ਉਸ ਤੇ ਸੌਣਾ ਹੈ। ਕਹਿੰਦੇ ਗੱਲ ਸੁਣ ਲਾ, ਮੌਤ ਆਊਗੀ ਮੈਨੂੰ ਵੀ ਤੇ ਤੈਨੂੰ ਵੀ। ਤੇਰਾ ਉਹ ਸੋਨੇ ਦਾ ਬੈੱਡ, ਤੇਰਾ ਸੋਨੇ ਦੀਆਂ ਸਹੂਲਤਾਂ ਸਾਰੀਆਂ ਇਹ, ਜਦ ਤੂੰ ਮਰ ਗਿਆ ਤੈਨੂੰ ਕਿਸੇ ਨੇ 20-25 ਦਿਨ ਜਾਂ 2-4 ਮਹੀਨੇ ਯਾਦ ਕਰਨਾ, ਮੁੜ ਕੇ ਤੈਨੂੰ ਸਭ ਨੇ ਭੁਲਾ ਦੇਣਾ ਹੋਊਗਾ। ਕੋਈ ਤੇਰੇ ਵਰਗੇ ਕਿੰਨੇ ਰਾਜੇ ਚਲੇ ਗਏ ਇੱਥੋਂ ਬਣ ਕੇ, ਕੋਈ ਸਤਨਾਮ, ਕੋਈ ਅੱਜ ਯਾਦ ਕਰਦਾ ਉਹਨਾਂ ਨੂੰ? ਕਹਿੰਦਾ ਨਹੀਂ ਜੀ ਨਹੀਂ ਕਰਦਾ। ਕਹਿੰਦਾ ਮੈਂ ਜਿੱਥੇ ਬੈਠਾ ਇਹ ਮਿੱਟੀ ਸੋਨਾ ਬਣ ਜਾਣੀ ਹੈ, ਤੇਰਾ ਸੋਨਾ ਮਿੱਟੀ ਬਣ ਜਾਣਾ ਹੈ। ਕੋਈ ਸਤਨਾਮ ਸੀ, ਤੈਨੂੰ ਦੁਨੀਆ ਨੇ ਭੁਲਾ ਦੇਣਾ ਹੈ, ਤੇ ਜਿੱਥੇ ਮੈਂ ਬੈਠਾ ਇੱਥੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਅਰਦਾਸਾਂ ਹੋਣਗੀਆਂ। ਮੇਰੇ ਯਾਰ ਨੇ, ਮੇਰੇ ਪਰਮੇਸ਼ਰ ਨੇ ਮੇਰੇ ਨਾਂ 'ਤੇ ਲੋਕਾਂ ਦੇ ਕੰਮ ਕਰਨੇ ਹੈ। ਇੱਥੇ ਜਿਹੜਾ ਹੈ ਮੇਲੇ ਲੱਗਣੇ ਹੈ, ਇਹ ਹਮੇਸ਼ਾ ਲਈ ਕਾਇਮ ਹੋ ਜਾਣਾ ਹੈ। ਮੇਰਾ ਅਸਥਾਨ ਸੋਨਾ ਬਣ ਜਾਣਾ ਹੈ, ਤੇਰਾ ਸੋਨਾ ਮਿੱਟੀ ਬਣ ਜਾਣਾ, ਮੇਰੀ ਮਿੱਟੀ ਸੋਨਾ ਬਣ ਜਾਣਾ। ਤੇਰੇ 'ਚ ਤੇ ਮੇਰੇ 'ਚ ਇਹ ਫਰਕ ਹੈ। ਸੋ ਇਸ ਕਰਕੇ ਇੱਕ ਤਾਂ ਪਹਿਲਾਂ ਉਹਨਾਂ ਦੀ ਗੱਲ ਕਰ ਲਈ, ਤੇ ਅਗਲੇ ਪਾਸੇ ਉਹ ਗੁਰਮੁਖ ਜਿਹੜੇ ਨਾਮ ਜਪਣ ਵਾਲੇ ਗੁਰੂ ਵਾਲੇ ਆ, ਹੁਣ ਉਹਨਾਂ ਬਾਰੇ ਕਹਿੰਦੇ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ। ਉਹ ਕਦੇ ਵੀ ਦੁਨੀਆ 'ਚੋਂ ਖਤਮ ਨਹੀਂ ਹੁੰਦੇ, ਉਹ ਅਮਰ ਹੋ ਜਾਂਦੇ ਆ ਜਿਨ੍ਹਾਂ ਦੇ ਗੁਰੂ ਦੀ ਥਾਪਨਾ ਹੁੰਦੀ ਹੈ। ਕਿਉਂ? ਕਿਉਂਕਿ ਅਸਲ ਵਿੱਚ ਪਰਮੇਸ਼ਰ ਦਾ ਨਾਮ ਸਦਾ ਰਹਿਣ ਵਾਲਾ ਹੈ, ਉਹ ਨਾਮ ਨਾਲ ਜੁੜ ਜਾਂਦੇ ਆ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਕੀ ਕਹਿੰਦੇ ਹਨ?
ओना अंदर नाम निदान है, नामो प्रगट होवे। वो सदा सदा ਲਈ अमर हो जाते हैं। ਉਹਨਾਂ ਦੇ ਕੋਲ नाम ਦਾ खजाना ਹੁੰਦਾ ਹੈ। ਰਾਜਿਆਂ ਦੇ खजाने खत्म हो सकते हैं, पर नाम ਦਾ खजाना कदे खत्म होने वाला नहीं। ਉਹਨਾਂ ਦੇ अंदर नाम ਦੇ खजाने ਹੁੰਦੇ ਹੈ। ਇਹ नाम ही ਉਹਨਾਂ ਨੂੰ दुनिया ਵਿੱਚ प्रगट करता है। जय महाभयान तब तबो काम, तै हर के नाम की तुम ऊपर शाम। कहता हरि दा नाम ही मेरे उत्ते शाम करदा राजा साहब। जेह मार के गणे जाहे ना कोसा, हर का नाम उहा संग तोसा। वो मार्ग जिहड़ा परमेश्वर दे घर नूं जांदा है, पता नहीं किन्ना क लम्मा है, पर इन्ना पता है कि नाम जपण वालियां वास्ते भुख लगनी है तो इसे ने तोसा मठियाई भोजन खुराक बन जाना। जहां त्रिखा मन तुझिया करख्या जद प्यास लगनी है, तह नानक हर हर अमृत वर्ख है। उत्थे जल नहीं अमृत की वर्खा होनी है परमेश्वर दे वल्लों, फिर वो प्यासे नहीं मरनगे। इस करके जिहड़े लोग ये चीज़ां लभदे आ, वो नाम नाल जुड़ना करन। सतगुरु पातशाह जी कहते नाउ पूजीए नाउ मनीए, अखंड सदा सस होए। आओ सिखो आपां नाम दे नाल जुड़ीए, नाम नू जपीए, नाम नू ही मनीए, क्योंकि नाम ही साडा ओ खजाना है जिहड़ा हमेशा साडे नाल रहन वाला। नाउ पूजीए नाउ मनीए, अखंड सदा सच सोए। नाम हमेशा रहन वाला है। सतगुरु पातशाह जी कहते दूजे पासे खेहू खेर लाई है। ये शरीर जेड़े मिट्टी तो बने हैं, इन्हां ने एक दिन मिट्टी दे विच ही मिल जाना है। शरीरां दे नाल क्या जुड़ना। खेहू खेर लाई है तां जियो केहा होए, ते अखीर ये शरीर जेड़ा है खत्म हो जाना है, पर नाम जपण वाले हमेशा अमर हो जाते न। जलियां सब सियाणपा उठी चलिया रोए। जिन्हां ने नाम नहीं जपिया उन्हां दियां सियाणपा ਉਹ ਇੱਥੇ ਧਰੀਆਂ ਧਰਾਈਆਂ ਰਹਿ ਗਈਆਂ। ਪਾਤਸ਼ਾਹ ਜੀ ਕਹਿੰਦੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿਣ ਲੱਗੇ ਜਦੋਂ ਮਨੁੱਖ ਦੇ ਕੋਲ ਹਜ਼ਾਰਾਂ ਤਰ੍ਹਾਂ ਦੀਆਂ ਸਿਆਣਪਾਂ ਹੋਣ ਤੇ ਅਖੀਰ ਤੇ ਕਹਿੰਦੇ ਇੱਕ ਵੀ ਜਿਹੜੀ ਸਿਆਣਪ ਹੈ ਉਹ ਮਨੁੱਖ ਦੇ ਨਾਲ ਨਹੀਂ ਜਾਂਦੀ। ਉੱਥੇ ਕੇਵਲ ਤੇ ਕੇਵਲ ਨਾਮ ਨੂੰ ਨਮਸਕਾਰਾਂ ਹੁੰਦੀਆਂ, ਨਾਮ ਜਪਿਆਂ ਨੂੰ ਨਮਸਕਾਰਾਂ ਹੁੰਦੀਆਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਬਹੁਤ ਸਿਆਣੇ ਆ, ਮਾਇਆ ਧਾਰੀ ਆ, ਉਹਨਾਂ ਦੀਆਂ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਨਾਨਕ ਨਾਮ ਵਿਸਾਰੇ ਆ ਦਰ ਗਇਆਂ ਕਿਆ ਹੋਏ। ਇੱਕ ਮਨੁੱਖ ਘਾਹੀ ਘਾਹ ਖੋਤਣ ਵਾਲਾ ਬੜਾ ਗਰੀਬ ਸੀਗਾ। ਇੱਕ ਦਿਨ ਕਹਿੰਦੇ ਉਸ ਨੂੰ ਕਿਧਰੋਂ ਖਜ਼ਾਨਾ ਮਿਲ ਗਿਆ, ਸੋਨੇ ਦੀਆਂ ਮੋਹਰਾਂ ਮਿਲ ਗਈਆਂ, ਕਿਤੇ ਨੱਪੀਆਂ ਹੋਈਆਂ, ਘਰੇ ਲਿਆਇਆ। ਲਿਆ ਕਰਕੇ ਇਸ ਨੇ ਮੋਹਰਾਂ ਰੱਖ ਦਿੱਤੀਆਂ ਘਰੇ। ਕੁਝ ਵਰਤ ਕੇ ਵਿੱਚੋਂ ਵਧੀਆ ਕੱਪੜੇ ਸੰਭਾਲੇ, ਵਧੀਆ ਪੱਗ ਲੈ ਲਈ, ਮਾਵਾ ਲਾ ਕੇ ਟੋਰੇ ਛੱਡ ਕੇ ਪੱਗ ਬਣਦਾ। ਇੱਕ ਬੱਗੀ ਲੈ ਲਈ, ਗੁਰੂ ਪਿਆਰਿਓ ਘੋੜਾ ਲੈ ਲਿਆ। ਬੱਗੀ ਘੋੜਾ ਜੋੜ ਕੇ ਜਾਂਦਾ ਇੱਧਰ ਉੱਧਰ, ਔਰ ਨਗਰ ਨਿਵਾਸੀ ਉਸ ਨੂੰ ਨਮਸਕਾਰ ਕਰਦੇ ਆ। ਕਹਿੰਦੇ ਭਾਈ ਸਾਹਿਬ ਨਮਸਕਾਰ, ਸਤਿ ਸ੍ਰੀ ਅਕਾਲ। ਉਹ ਅੱਗੋਂ ਸਤਿ ਸ੍ਰੀ ਅਕਾਲ ਨਹੀਂ ਕਹਿੰਦਾ, ਉਹ ਕਹਿੰਦਾ ਕੋਈ ਨਹੀਂ ਕਹਿ ਦੂੰਗਾ। ਕਈ ਦਿਨ ਟੱਪੇ, ਜਿੱਧਰ ਦੀ ਲੰਘੇ ਕੋਈ ਉਹਨੂੰ ਹੱਥ ਬੰਨ੍ਹ ਕੇ ਨਮਸਕਾਰ ਕਰੇ, ਸਤਿ ਸ੍ਰੀ ਅਕਾਲ ਕਰੇ, ਉਹਨੇ ਅੱਗੋਂ ਜਵਾਬ ਦੇਣਾ ਕਹਿ ਦੂੰਗਾ। ਹੁਣ ਜਿਹੜਾ ਵਿਚਾਰਾ ਘਾਹੀ ਸੀਗਾ, ਪਹਿਲਾਂ ਭੰਗੀ ਸੀ ਜਾਂ ਜਮਾਦਾਰ ਸੀ, ਗਰੀਬ ਬੰਦਾ ਸੀਗਾ, ਪਹਿਲਾਂ ਕੋਈ ਪੁੱਛਦਾ ਨਹੀਂ ਸੀ ਉਸ ਨੂੰ। ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਹੁਣ ਉਹਦੇ ਕੋਲ ਮਾਇਆ ਆ ਗਈ, ਚੰਗੀ ਬੱਗੀ ਲੈ ਲਈ। ਅੱਜ ਕੱਲ੍ਹ ਲੋਕ ਵਧੀਆ ਗੱਡੀ ਲੈ ਲੈਂਦੇ ਆ, ਉਦੋਂ ਘੋੜੇ ਹੁੰਦੇ ਸੀਗੇ। ਤੇ ਜਦੋਂ ਕਿਸੇ ਨੇ ਸਤਿ ਸ੍ਰੀ ਅਕਾਲ ਬੁਲਾਉਣੀ, ਇਹਨੇ ਕਹਿਣਾ ਕਹਿ ਦੂੰਗਾ। ਤੇ ਇੱਕ ਦਿਨ ਕਿਸੇ ਨੇ ਰੋਕ ਹੀ ਲਿਆ, ਕਹਿੰਦੇ ਗੱਲ ਸੁਣ ਖੜ ਕੇ, ਅਸੀਂ ਤੈਨੂੰ ਸਤਿ ਸ੍ਰੀ ਅਕਾਲ ਬਣਾਉਣੇ ਆ ਤੇ ਤੂੰ ਅੱਗੋਂ ਜਵਾਬ ਦੇਣਾ ਕਹਿ ਦੂੰਗਾ। ਇਹ ਕੀ ਹੈ ਕਹਿ ਦੂੰਗਾ? ਕਹਿੰਦੇ ਸਤਿ ਸ੍ਰੀ ਅਕਾਲ ਮੈਨੂੰ ਕੌਣ ਬੁਲਾਉਂਦਾ ਪ੍ਰਭੂ। ਕਹਿੰਦੇ ਕਿਉਂ? ਹੋਰ
कहते सत श्री अकाल माया नूं बुलाउंदे है। ये गड्ढा भी माया दा है, बग्गी भी माया दी है, घोड़ा भी माया दा है, पग भी माया दी है, कपड़े भी माया दे है। मैं तो उही पहला वाला भंगी हाँ, जमादार हाँ, मैनूं तो कोई पुछदा नहीं सीगा। कहो सतनाम। ये सब माया दी खेड है। ये माया जिहड़ी घरे पई है, मैं जाके उन्होंने कह दिना कि अज तैनूं इन्ने लोगों ने सत श्री अकाल बुलाई है, प्रवान कर ला। कहो सतनाम। मैं घरे जाके उन्होंने कह दिना, तुहाडी सत श्री अकाल उन्होंने दे देना। कमाल की गल है वाकई ही। महापुरुष भी ऐसे ऐसे चोज कई बारी करते हैं। एक ऐसा महापुरुष आया, उन्हें जो गुरु साहब नूं नमस्कार करनी ना, मत्था टेकना, उन्हें मत्था टेकदे टेकदे कोई 100 बारी मत्था थले ला के चकना। संगतां ने पूछा जी असी भी मत्था टेकते हाँ, एक जां 2 बारी, तुसीं 100-150 बारी मत्था टेकदे हो, लगे ही रहने हो, किन्ना किन्ना चिर, इहदा की कारण है? वो कहना भाई जदों मैं राह चों आउणा ना, मैनू बहुत सारे लोग सत श्री अकाल बुलाउंदे आ, नमस्कार करते हैं, फतेह बुलाउंदे आ। वो मैं उन्हां सारियां दी नमस्कार, उन्हां सब दी बुलाई हुई फतेह गुरु नूं समर्पण करदा कि कहो नानक सब तेरी वडियाई, कोई नाम ना जाने मेरा। ये सारियां वडियाइयां गुरु दियां। इस करके सिखो, ये सियाणपा सूणपा इत्थे ही रह जाणियां। साडा जीवन वधिया होना चाहिए, कुंगू वर्गा पवित्र, गंगा के पानी वर्गा पवित्र। इस करके जीवन इहो जिहा होना चाहिए। कबीर साहब जी कहते हैं, कबीर हर जन ऐसा चाहिए जैसा हर ही होए। पहला कहन लगे भी हरि दा जन किहो जिहा होवे। कबीर हर जन ऐसा चाहिए जैसा गंगा नीर। फिर कहते नहीं, कबीर नीर भया तो क्या हुआ, सीरा ताता होए पानी ठंडा तत्ता हो जाता है। बंदा गर्म ठंडा नहीं होना चाहिए, एको जिहा सुभाव रखना चाहिए। हर जन ऐसा चाहिए जैसे धरनी खेहे रेते वर्गा हो जावे। कबीर रोड़ा होए रो बाटका तज मन का अभिमान। तू आए का डला बन जा। दुनिया चलती है ना ठेडे मारदी तैनों हो सकता रब दे दर ते लै जावे। कबीर रोड़ा होए रो बाटका तज मन का अभिमान। ऐसा कोई दास होए ताहे मिले भगवान। फिर कहते रोड़ा हुआ तो क्या पया, पंथी को दुख दे, लोकां नूं ठेडे बजणगे, दुख लगेगा, नहीं रोड़ा नहीं बनना। हर जन ऐसा चाहिए जैसे धरनी खेहे रेता बन जा। कहते नहीं यार रेता भी ठीक नहीं, ये भी पिंडे ते लाके नुकसान करदा। खे हुई तो क्या पया, जोई उड लागे अंग। हर जन ऐसा चाहिए जो पानी सरबंग। पानी वर्गा बन जा। गड़बी च पा लियो गड़बी वर्गा बन जाता, गिलास च पा लियो गिलास वर्गा बन जाता। कहते पर पानी विच भी एक नुक्स है, ये ठंडा ते तत्ता हो जाता है। कहन लगे पानी हुआ तो क्या पया, सीरा ताता होए। हर जन ऐसा चाहिए जैसा हर ही होए। ये हरी वर्गा ही बन जावे जिहो जिहा हरी है, ते हरी वर्गा बन सकता है हरी दे नाम नाल जुड़ के। कुंगू की काया रत्ना की ललता, अगरवास तन सास। 68 तीर्थ का मुख टिक्का, तित घट मत विगास। उस हिरदे विच हरी दे नाम दा वासा हुंदा है, वो हमेशा खिड़े रहंदे हन। सिखो इहो जिहा साडा जीवन होना चाहिए। बाकी ये संसार खत्म होने वाला है। खेहू खेल लाई है तां जियो केहा होए। जलियां सब सियाणपा उठी चलिया रोए। अखीर संसार चों ओ रोंदे जांदे है जिन्हां ने आके अपने मकसद नूं पूरा नहीं कीता। भई प्राप्त मानुख दे हुरिया, गोविंद मिलन की एहो तेरी बरिया। अवर काज तेरा कितै ना काम, मिल साध संगत भज। केवल नाम एहो जा बन जा, नहीं तो फिर भलिया मानसा। जलियां सब सियाणपा उठी चलिया रोए। नानक नाम विसारे है दर गया क्या होए। जद कल नूं परमेश्वर दे दर ते जावेगा
ਧਰਮਰਾਜ ਕੋਲ ਜਾਵੇਂਗਾ ਫਿਰ ਉੱਥੇ ਤੇਰੇ ਨਾਲ ਕਿੰਨੀ ਭੈੜੀ ਹੋਣੀ ਹੈ, ਇਹ ਉਹ ਜਾਣੇ ਜਾਂ ਤੂੰ ਜਾਣੇ। ਇਸ ਕਰਕੇ ਸਮਾਂ ਸੰਭਾਲੀਏ। ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ। ਸੋ ਹੁਣ ਸਮਾਂ ਹੈ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਹੁਣ ਵੱਤ ਹੈ ਨਾਮ ਦੇ ਬੀਜਣ ਦੀ, ਜਿਹੜਾ ਬੀਜ ਲਊਗਾ ਖਾ ਲਊਗਾ, ਨਹੀਂ ਬੀਜੂਗਾ ਭਾਈ ਭੁੱਖਾ ਮਰੇਗਾ। ਇਸ ਕਰਕੇ ਗੁਰੂ ਕਿਰਪਾ ਕਰਨ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਹਾਲ, ਨਾਨਕ ਤੇ ਮੁਖ ਉਜਲੇ, ਹੋਰ ਕੀਤੀ ਛੁੱਟੀ ਨਾਲ ਦੇ ਮਹਾਂ ਵਾਕ ਅਨੁਸਾਰ ਗੁਰੂ ਵਾਲੇ ਬਣੀਏ। ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।